ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। 에ਅਰ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਜੂਨ 23 ਤੋਂ ਫਲਾਈਟਾਂ ਬੁੱਕ ਕਰਨੀਆਂ ਕੀਤੀਆਂ ਸ਼ੁਰੂ। ਬੱਜੀ ਉਮੀਦ ਕਿ ਭਾਰਤ ਤੇ ਪਾਕਿਸਤਾਨ ਤੋਂ ਇਸ ਮਹੀਨੇ ਦੇ ਅੰਤ ਤੱਕ ਦਿੱਤੀ ਜਾ ਸਕਦੀ ਹੈ ਫਲਾਈਟਾਂ ਦੇ ਲਈ ਇਜਾਜ਼ਤ। ਕੈਨੇਡਾ ਵਿੱਚ ਇੰਟਰਨੈਸ਼ਨਲ ਯਾਤਰੀਆਂ ਜਿਨ੍ਹਾਂ ਦੇ ਵਿੱਚ ਵਿਜ਼ਟਰ ਵੀਜ਼ਾ ਵਾਲੇ ਵੀ ਆਉਂਦੇ ਨੇ, ਉਹਨਾਂ ਦੇ ਟਰੈਵਲ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕਿਹਾ, ਤੁਹਾਨੂੰ ਦੱਸਾਂਗੇ। ਟੋਰਾਂਟੋ ਵਿੱਚ ICU 'ਚ ਭਰਤੀ ਹੈ ਇੱਕ ਇੰਟਰਨੈਸ਼ਨਲ ਸਟੂਡੈਂਟ, ਤਾਂ ਇਸ ਸਮੇਂ ਉਸ ਨੂੰ ਪਰਿਵਾਰ ਦੀ ਲੋੜ, ਪਰ ਲੁਧਿਆਣਾ ਵਿੱਚ ਮੌਜੂਦ ਮਾਤਾ-ਪਿਤਾ ਮੁਤਾਬਕ ਐਮਰਜੈਂਸੀ ਵੀਜ਼ਾ ਦੇ ਲਈ ਵੀ ਉਹ ਹੋ ਰਹੇ ਨੇ ਖੱਜਲ। ਅਧਿਕਾਰੀਆਂ ਤੋਂ ਮੰਗਿਆ ਸਹਿਯੋਗ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਸਲਿਮ ਪਰਿਵਾਰ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਲੰਡਨ। ਨਾਲ ਹੀ ਉਹਨਾਂ ਨੇ ਕੀ ਕੁਝ ਕਿਹਾ, ਸੁਣਾਵਾਂਗੇ। ਮੈਨੀਟੋਬਾ ਤੇ ਅਲਬਰਟਾ ਤੋਂ PNP ਡਰਾਅ ਦੇ ਬਾਰੇ ਤਾਜ਼ਾ ਜਾਣਕਾਰੀ ਦੱਸਾਂਗੇ। ਤਾਜ਼ਾ ਡਰਾਅ ਦੇ ਵਿੱਚ PR ਦੀ ਪ੍ਰਕਿਰਿਆ ਦੇ ਤਹਿਤ ਕਿੰਨਾ ਰਿਹਾ ਘੱਟੋ-ਘੱਟ ਸਕੋਰ ਤੇ ਨਾਲ ਹੀ ਕਿੰਨੇ ਭੇਜੇ ਗਏ ਨੇ ਇਨਵੀਟੇਸ਼ਨ। ਐਲਬਰਟਾ ਵਿੱਚ ਜੈਂਡਰ ਰਿਵੀਲ ਪਾਰਟੀ ਇੱਕ ਪਰਿਵਾਰ ਨੇ ਕੀਤੀ ਤਾਂ ਜੰਗਲ ਨੂੰ ਲੱਗੀ ਅੱਗ, ਹੋਇਆ ਮੋਟਾ ਫਾਈਨ। ਦੱਸਾਂਗੇ ਆਖਿਰ ਕੀ ਹੈ ਪੂਰਾ ਮਾਮਲਾ। ਇਸ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਕਿ 에ਅਰ ਕੈਨੇਡਾ ਨੇ 23 ਜੂਨ ਤੋਂ ਟਿਕਟਾਂ ਬੁੱਕ ਕਰਨੀਆਂ ਭਾਰਤ ਤੋਂ ਸ਼ੁਰੂ ਕਰ ਦਿੱਤੀਆਂ ਨੇ। ਇਸ ਸਮੇਂ ਫਿਲਹਾਲ ਕੈਨੇਡਾ ਸਰਕਾਰ ਨੇ ਤਾਂ ਐਲਾਨ ਨਹੀਂ ਕੀਤਾ ਕਿ 22 ਜੂਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਇਜਾਜ਼ਤ ਮੁੜ ਤੋਂ ਦੇ ਦਿੱਤੀ ਜਾਵੇਗੀ, ਪਰ 에ਅਰ ਕੈਨੇਡਾ ਦੇ ਵੱਲੋਂ ਇਸ ਮੌਕੇ ਉਮੀਦ ਜਤਾਈ ਜਾ ਰਹੀ ਹੈ ਕਿ 22 ਜੂਨ ਤੋਂ ਬਾਅਦ ਫਲਾਈਟਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਨੇ ਤੇ ਇਸੇ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ ਕੁਝ ਅਜਿਹਾ ਹੋਇਆ ਸੀ ਕਿ ਜਦੋਂ ਤੱਕ ਕੈਨੇਡਾ ਸਰਕਾਰ ਨੇ ਤਾਂ ਐਲਾਨ ਨਹੀਂ ਸੀ ਕੀਤਾ ਕਿ ਜੂਨ ਦੇ ਵਾਸਤੇ ਫਲਾਈਟਾਂ ਬੰਦ ਹੀ ਰੱਖੀਆਂ ਜਾਣਗੀਆਂ, ਪਰ 에ਅਰ ਕੈਨੇਡਾ ਕੰਪਨੀ ਨੇ ਪਹਿਲਾਂ ਹੀ ਇਸ ਸੰਬੰਧੀ ਐਲਾਨ ਕਰ ਦਿੱਤਾ ਸੀ ਕਿ ਉਹ ਅਗਲੇ ਇੱਕ ਹੋਰ ਮਹੀਨੇ ਤੱਕ ਬੁਕਿੰਗ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਕੈਨੇਡਾ ਸਰਕਾਰ ਦਾ ਐਲਾਨ ਹੋਇਆ ਸੀ ਕਿ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਫਲਾਈਟਾਂ ਬੰਦ ਕੀਤੀਆਂ ਜਾ ਰਹੀਆਂ ਨੇ। ਤਾਂ ਇਸ ਮਹੀਨੇ ਕੁਝ ਅਜਿਹਾ ਹੀ ਹੋਇਆ ਜਦੋਂ 에ਅਰ ਕੈਨੇਡਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ 22 ਜੂਨ ਤੋਂ ਬਾਅਦ ਫਲਾਈਟਾਂ ਮੁੜ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ, ਜਿਸ ਕਰਕੇ ਉਹਨਾਂ ਦੇ ਵੱਲੋਂ ਬੁਕਿੰਗ ਵੀ ਕੀਤੀ ਜਾ ਰਹੀ ਹੈ। ਜਦੋਂ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਫੋਨ ਦੇ ਵਿੱਚ ਜਾਂ ਫਿਰ ਵੈਬਸਾਈਟ ਦੇ ਉੱਤੇ ਜਾਵੋਗੇ ਤਾਂ ਉੱਥੇ ਦੇਖ ਸਕਦੇ ਹੋ ਕਿ ਟਿਕਟਾਂ ਬੁੱਕ ਹੋ ਰਹੀਆਂ ਨੇ। ਉਹਨਾਂ ਦੇ ਵੱਲੋਂ ਚੋਣ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਟ੍ਰਿਪ ਕੈਨੇਡਾ ਦੇ ਵਾਸਤੇ ਪਲਾਨ ਕਰ ਸਕਦੇ ਹੋ ਭਾਰਤ ਤੋਂ। 에ਅਰ ਕੈਨੇਡਾ ਦੀਆਂ ਫਲਾਈਟਾਂ ਪਾਕਿਸਤਾਨ ਨਹੀਂ ਜਾਂਦੀਆਂ ਤਾਂ ਪਾਕਿਸਤਾਨ ਤੋਂ ਵਾਸਤੇ ਵੀ ਹੋ ਸਕਦਾ ਹੈ ਕਿ 22 ਜੂਨ ਤੋਂ ਬਾਅਦ ਜਿਹੜੀਆਂ ਵੀ ਹੋਰ ਫਲਾਈਟਾਂ ਜਾਂਦੀਆਂ ਨੇ ਉਹਨਾਂ ਦੇ ਰਾਹੀਂ ਇਜਾਜ਼ਤ ਦੇ ਦਿੱਤੀ ਜਾਵੇ ਕਿ ਉਹ ਕੈਨੇਡਾ ਆ ਸਕਦੀਆਂ ਨੇ। COVID-19 ਦੇ ਕਰਕੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਸੁਧਾਰ ਪਾਇਆ ਜਾ ਰਿਹਾ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਜਾਣਕਾਰੀ ਦਿੱਤੀ ਸੀ ਕਿ ਟਰੈਵਲ ਨੂੰ ਲੈ ਕੇ ਵੱਖੋ ਵੱਖਰੇ ਪੜਾਅ ਹੋਣਗੇ ਜਿਨ੍ਹਾਂ ਦੇ ਤਹਿਤ ਫੈਸਲੇ ਲਏ ਜਾ ਸਕਦੇ ਨੇ ਕਿ ਟਰੈਵਲ ਦੇ ਵਾਸਤੇ ਮੁੜ ਤੋਂ ਜਿਹੜੇ ਇੰਟਰਨੈਸ਼ਨਲ ਯਾਤਰੀ ਨੇ ਉਹ ਕੈਨੇਡਾ ਆ ਸਕਣ। ਇਸ ਦੇ ਵਾਸਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਹਜੇ ਨਹੀਂ। ਪਰ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਆਪ ਬਿਆਨ ਇਹ ਵੀ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਟਰੈਵਲ ਤੋਂ ਛੋਟ ਦਿੱਤੀ ਜਾ ਸਕਦੀ ਹੈ ਜਿਹੜੇ ਕਿ ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ ਹੋਣਗੇ, ਪਰ ਇਸ ਦੇ ਬਾਰੇ ਅਧਿਕਾਰਤ ਤੌਰ ਤੇ ਹਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਮੌਕੇ ਛੋਟ ਦਿੱਤੀ ਜਾ ਸਕਦੀ ਹੈ, ਇਸ ਦੇ ਬਾਰੇ ਉਹਨਾਂ ਨੇ ਕਿਹਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਜਿਹੜੇ ਵੈਕਸੀਨੇਟਡ ਹੋਣਗੇ ਯਾਨੀ ਕਿ COVID-19 ਟੀਕੇ ਦੀਆਂ ਦੋਵੇਂ ਡੋਜ਼ਿਸ ਉਹਨਾਂ ਨੇ ਲਗਵਾ ਲਈਆਂ ਹੋਣ ਉਹ ਆ ਸਕਦੇ ਨੇ। ਤੇ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹੋ ਸਕਦਾ ਹੈ ਕਿ ਜਦੋਂ ਮੁੜ ਤੋਂ ਫਲਾਈਟਾਂ ਭਾਰਤ ਤੋਂ ਸ਼ੁਰੂ ਵੀ ਹੋ ਰਹੀਆਂ ਨੇ ਤਾਂ ਉਸ ਮੌਕੇ 에ਅਰਲਾਈਨਸ ਦੇ ਵੱਲੋਂ ਇਹ ਵੀ ਦੇਖਿਆ ਜਾਵੇ ਕਿ ਤੁਸੀਂ COVID-19 ਦਾ ਟੀਕਾ ਲਗਵਾ ਲਿਆ ਜਾਂ ਨਹੀਂ। ਪਰ ਇਸ ਦੇ ਬਾਰੇ ਹਜੇ ਕੋਈ ਐਲਾਨ ਤਾਂ ਨਹੀਂ ਹੋਇਆ, ਪਰ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਇਹ ਲਾਗੂ ਹੋ ਜਾਵੇਗਾ, ਜਿਸ ਦੇ ਵਾਸਤੇ ਜਿਹੜੇ ਯਾਤਰੀਆਂ ਨੇ ਟਰੈਵਲ ਕਰਨਾ ਤਾਂ ਉਹਨਾਂ ਨੂੰ ਤਿਆਰ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਤੁਸੀਂ ਪਹਿਲਾਂ ਹੀ COVID-19 ਦੇ ਟੀਕੇ ਲਗਵਾ ਲਵੋ ਜੇਕਰ ਤੁਸੀਂ ਇੰਟਰਨੈਸ਼ਨਲ ਟਰੈਵਲ ਕਰਨਾ ਹੈ, ਕਿਉਂਕਿ ਕਈ ਦੇਸ਼ਾਂ ਦੇ ਵੱਲੋਂ ਤਾਂ ਇਸ ਪਾਲਿਸੀ ਨੂੰ ਲਾਗੂ ਕਰ ਵੀ ਦਿੱਤਾ ਗਿਆ ਹੈ। I think we all understand that we want to get back to normal. We want to start traveling again. But it's very clear that even though one dose has allowed us to significantly protect Canadians, to remove many of the pressures from our public health systems, it is still an incomplete protection, and we need people to get the full 2 doses of their vaccines. And that's why easing of restrictions will be focused on Canadians who are fully vaccinated, both because that's what the science dictates, particularly when it comes to some of the new variants of concern like the Delta variant. The difference between protection of
one dose of vaccine versus 2 doses of vaccine is quite significant. That's why we continue to encourage people to get double vaccinated to make sure we can end with this as quickly as possible and turn to helping people around the world also get protection from COVID-19. ਅਗਲੀ ਖਬਰ ਹੈ, ਇੱਕ ਇੰਟਰਨੈਸ਼ਨਲ ਸਟੂਡੈਂਟ ਟੋਰਾਂਟੋ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਉਹ ICU ਦੇ ਵਿੱਚ ਭਰਤੀ ਹੈ। 19 ਸਾਲਾ ਵਿਨਾਇਕ ਜੋਸ਼ੀ, ਜੋ ਕਿ ਭਾਰਤ ਵਿੱਚ ਪੰਜਾਬ ਦੇ ਲੁਧਿਆਣਾ ਤੋਂ ਸੰਬੰਧਿਤ ਹੈ, ਉਸਦੇ ਮਾਪੇ ਉਸਦੇ ਕੋਲ ਕੈਨੇਡਾ ਆਉਣਾ ਚਾਹੁੰਦੇ ਨੇ, ਪਰ ਇਸ ਸਮੇਂ ਟਰੈਵਲ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਨੇ ਤੇ ਨਾਲ ਹੀ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਨੇ, ਉਹਨਾਂ ਦੇ ਕਰਕੇ ਉਹ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਨੇ ਸਰਕਾਰਾਂ ਨੂੰ ਗੁਹਾਰ ਵੀ ਲਗਾਈ ਹੈ ਕਿ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇ। ਜਿਸ ਦੇ ਵਿੱਚ ਜੋ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ ਮਈ 22 ਨੂੰ ਇਹ ਹਾਦਸਾ ਵਾਪਰਿਆ, ਜਦੋਂ ਵਿਨਾਇਕ ਜੋਸ਼ੀ ਦੇ ਨਾਲ ਇੱਕ ਤੇਜ਼ ਰਫ਼ਤਾਰ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਟੋਰਾਂਟੋ ਦੇ ਵਿੱਚ, ਨਾਰਥ ਯਾਰਕ ਖੇਤਰ ਦੇ ਵਿੱਚ, ਜਿਸ ਤੋਂ ਬਾਅਦ ਉਸਦੀਆਂ ਕਾਫੀ ਹੱਡੀਆਂ ਟੁੱਟ ਗਈਆਂ, ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸਦੀਆਂ ਹੁਣ ਤੱਕ 3 ਸਰਜਰੀਜ਼ ਹੋ ਚੁੱਕੀਆਂ ਨੇ ਤੇ ਉਹ ICU ਦੇ ਵਿੱਚ ਭਰਤੀ ਹੈ। ਉਸਦੀ ਮਾਂ ਪੂਨਮ ਜੋਸ਼ੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਮਰਜੈਂਸੀ ਜਿਹੜਾ ਵੀਜ਼ਾ ਲੱਗਦਾ ਹੈ, ਉਸ ਦੇ ਵਾਸਤੇ ਉਹਨਾਂ ਨੇ ਹਾਈ ਕਮਿਸ਼ਨ ਆਫ ਕੈਨੇਡਾ ਜੋ ਭਾਰਤ ਵਿੱਚ ਹੈ ਉੱਥੇ ਅਪਲਾਈ ਕੀਤਾ ਸੀ। 30 ਮਈ ਨੂੰ ਉਹਨਾਂ ਨੇ ਵੀਜ਼ਾ ਦੇ ਵਾਸਤੇ ਅਪਲਾਈ ਕਰ ਦਿੱਤਾ ਸੀ, ਪਰ ਜਦੋਂ ਉਹਨਾਂ ਨੂੰ ਬਾਇਓਮੈਟ੍ਰਿਕ ਦੇ ਵਾਸਤੇ ਚਿੱਠੀ ਮਿਲੀ ਤਾਂ ਉਸੇ ਸਮੇਂ ਦੌਰਾਨ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਹੋਣ ਦੇ ਕਰਕੇ ਅੱਗੇ ਉਹਨਾਂ ਦੀ ਪ੍ਰਕਿਰਿਆ ਨਹੀਂ ਤੁਰ ਪਾਈ, ਜਿਸ ਦੇ ਕਰਕੇ ਇਸ ਸਮੇਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਅਧਿਕਾਰੀਆਂ ਤੋਂ ਕਿ ਜੋ ਪੂਨਮ ਜੋਸ਼ੀ, ਵਿਨਾਇਕ ਜੋਸ਼ੀ ਦੀ ਮਾਂ ਹੈ, ਉਹ ਉਸਦੇ ਕੋਲ ਪਹੁੰਚ ਸਕੇ। ਇਸ ਮੌਕੇ ਜਿਹੜੇ ਟੋਰਾਂਟੋ ਦੇ ਵਿੱਚ ਹਸਪਤਾਲ ਹੈ, ਸਨੀਬਰੂਕ ਹੈਲਥ ਸਾਇੰਸਿਸ ਸੈਂਟਰ ਹੈ, ਉੱਥੇ ਉਹ ਇਲਾਜ ਅਧੀਨ ਹੈ, ਤਾਂ ਉੱਥੋਂ ਦੇ ਅਧਿਕਾਰੀਆਂ ਨੇ ਇੱਕ ਚਿੱਠੀ ਵੀ ਭੇਜੀ ਹੈ ਕਿ ਉਸਦੀ ਮਾਂ ਨੂੰ ਉਸਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਐਮਰਜੈਂਸੀ ਵੀਜ਼ਾ ਦੇ ਰਾਹੀਂ। ਪਰ ਇਸ ਮੌਕੇ ਜਿਹੜੇ ਹਾਲਾਤ ਬਣੇ ਹੋਏ ਨੇ, ਉਹਨਾਂ ਨੂੰ ਦੇਖਦੇ ਹੋਏ ਇੱਕ ਪਾਸੇ ਤਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਹੋਣ ਕਰਕੇ ਉਹ ਚੁਣੌਤੀ ਦਾ ਸਾਹਮਣਾ ਕਰ ਰਿਹਾ ਪਰਿਵਾਰ, ਤਾਂ ਦੂਜੇ ਪਾਸੇ ਭਾਰਤ ਤੋਂ ਸਿੱਧੀਆਂ ਫਲਾਈਟਾਂ ਨੇ ਜੋ ਉਹ ਵੀ ਫਿਲਹਾਲ 22 ਜੂਨ ਤੱਕ ਬੰਦ ਨੇ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਅਧਿਕਾਰੀਆਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਉਹ ਆਪਣੇ ਪੁੱਤਰ ਦੇ ਕੋਲ ਪਹੁੰਚ ਸਕਣ, ਜਿਸ ਨੂੰ ਆਪਣੇ ਪਰਿਵਾਰ ਦੀ ਇਸ ਸਮੇਂ ਬੇਹੱਦ ਲੋੜ ਹੈ। ਤੁਹਾਨੂੰ ਦੱਸਿਆ ਕਿ ਵਿਨਾਇਕ ਜੋਸ਼ੀ ਦਸੰਬਰ 2019 ਦੇ ਵਿੱਚ ਟੋਰਾਂਟੋ ਆਇਆ ਸੀ ਇੰਟਰਨੈਸ਼ਨਲ ਵਿਦਿਆਰਥੀ ਦੇ ਵਜੋਂ, ਜਿਸ ਨੇ ਕਿ ਡਿਪਲੋਮਾ ਕੀਤਾ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਹੰਬਰ ਕਾਲਜ ਤੋਂ ਟੋਰਾਂਟੋ ਦੇ ਵਿੱਚ ਉਸਨੇ ਪੜ੍ਹਾਈ ਕੀਤੀ ਹੈ। ਇਸ ਨਾਲ ਹੀ ਅਗਲੀ ਖਬਰ ਕਿ ਲੰਡਨ ਓਨਟਾਰੀਓ ਦਾ ਸ਼ਹਿਰ, ਜਿੱਥੇ ਕਿ ਮੁਸਲਿਮ ਪਰਿਵਾਰ ਦੇ ਉੱਤੇ ਅੱਤਵਾਦੀ ਹਮਲਾ ਜੋ ਕਰਾਰ ਦਿੱਤਾ ਗਿਆ ਹੋਇਆ ਹੈ, ਇੱਕ ਗੋਰੇ ਨੌਜਵਾਨ ਦੇ ਵੱਲੋਂ ਗੱਡੀ ਦੇ ਨਾਲ ਪੂਰੇ ਪਰਿਵਾਰ ਨੂੰ ਰੌਂਦ ਦਿੱਤਾ ਗਿਆ। ਪਰਿਵਾਰ ਦੇ ਵਿੱਚ ਸਿਰਫ ਇੱਕ 9 ਸਾਲ ਦਾ ਬੱਚਾ ਬਚਿਆ ਹੈ ਤੇ ਉਸ ਪਰਿਵਾਰ ਦੇ ਵਾਸਤੇ ਅੱਜ ਸ਼ਰਧਾਂਜਲੀ ਸਮਾਗਮ ਲੰਡਨ ਦੇ ਵਿੱਚ ਕਰਵਾਇਆ ਗਿਆ, ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਅਕਤੀ ਪਹੁੰਚੇ, ਵੱਖੋ ਵੱਖਰੇ ਭਾਈਚਾਰਿਆਂ ਤੋਂ ਲੋਕ ਪਹੁੰਚੇ। ਤਾਂ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਸ਼ਰਧਾਂਜਲੀ ਸਮਾਗਮ ਦਾ ਹਿੱਸਾ ਬਣੇ, ਜਿੱਥੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸਲਾਮੋਫੋਬੀਆ ਦਾ ਜ਼ਿਕਰ ਕੀਤਾ ਗਿਆ ਤੇ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਇਸ ਮੌਕੇ ਕਿਹਾ ਗਿਆ ਕਿ ਜੋ ਇਸ ਸਮੇਂ ਭਾਈਚਾਰੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਡਰ ਵੀ ਪਾਇਆ ਜਾ ਰਿਹਾ ਹੈ, ਉਸ ਮੌਕੇ ਸਾਰੇ ਹੀ ਕੈਨੇਡਾ ਵਾਸੀ ਸਹਿਯੋਗ ਦੇਣ ਕਿ ਮੁਸਲਿਮ ਭਾਈਚਾਰੇ ਨੂੰ ਇਸ ਸੰਬੰਧੀ ਮਾਨਸਿਕ ਤੌਰ ਦੇ ਉੱਤੇ ਮਦਦ ਦਿੱਤੀ ਜਾਵੇ, ਕਿ ਉਹਨਾਂ ਨੂੰ ਵਧੀਆ ਮਹਿਸੂਸ ਕਰਵਾਇਆ ਜਾਵੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਨਫ਼ਰਤ ਦੇ ਵਾਸਤੇ ਕੈਨੇਡਾ ਦੇ ਵਿੱਚ ਕੋਈ ਥਾਂ ਨਹੀਂ ਹੈ, ਜਿਨ੍ਹਾਂ ਨੇ ਅੱਜ ਸਵੇਰੇ ਹੀ ਇਸ ਮਾਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। ਅੱਗੇ ਹੈ ਕਿ ਮੈਨੀਟੋਬਾ ਨੇ PNP ਦੇ ਤਹਿਤ ਤਾਜ਼ਾ ਡਰਾਅ ਕੱਢਿਆ, ਉਸ ਡਰਾਅ ਦੇ ਬਾਰੇ ਤੁਹਾਨੂੰ ਦੱਸਾਂਗੇ। ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ 7 ਜੂਨ ਨੂੰ ਤਾਜ਼ਾ ਡਰਾਅ ਕੱਢਿਆ, ਜਿਸ ਦੇ ਵਿੱਚ 142 ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ, ਜੋ ਕਿ MPNP ਯਾਨੀ ਕਿ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਤਹਿਤ ਇਹ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਇਨਵੀਟੇਸ਼ਨ ਦੇ ਮਿਲਣ ਤੋਂ ਬਾਅਦ ਫਾਈਲ ਲਗਾਈ ਜਾਵੇਗੀ ਤੇ ਅਪਰੂਵਲ ਮਿਲ ਜਾਵੇਗਾ PNP ਦੇ ਵਾਸਤੇ। ਉਸ ਤੋਂ ਬਾਅਦ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰ ਸਕਦੇ ਨੇ। ਜੋ ਤਾਜ਼ਾ ਡਰਾਅ ਨਿਕਲਿਆ, ਉਸ ਦੇ ਵਿੱਚ ਜੋ ਸਕਿਲਡ ਵਰਕਰਸ ਇਨ ਮੈਨੀਟੋਬਾ ਯਾਨੀ ਕਿ ਮੈਨੀਟੋਬਾ ਦੇ ਵਿੱਚ ਕੰਮ ਕਰਨ ਦਾ ਜਿਨ੍ਹਾਂ ਨੂੰ ਅਨੁਭਵ ਸੀ, ਉਸ ਦੇ ਤਹਿਤ 95 ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਜੋ ਘੱਟੋ ਘੱਟ EOI ਸਕੋਰ ਹੈ ਉਹ 375 ਤੱਕ ਗਿਆ ਤੇ ਸਕਿਲਡ ਵਰਕਰਸ ਓਵਰਸੀਜ਼ ਯਾਨੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਕੰਮ ਕਰਨ ਦਾ ਅਨੁਭਵ ਸੀ, ਉਸ ਦੇ ਵਿੱਚ 25 ਇਨਵੀਟੇਸ਼ਨ ਗਏ ਨੇ ਤੇ ਉਸ ਦੇ ਵਿੱਚ ਘੱਟੋ ਘੱਟ EOI ਸਕੋਰ 703 ਤੱਕ ਗਿਆ। ਤੇ ਨਾਲ ਹੀ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਯਾਨੀ ਕਿ ਜਿਹੜੇ ਕਿ ਉੱਥੇ ਇੰਟਰਨੈਸ਼ਨਲ ਸਟੂਡੈਂਟ ਨੇ, ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਤੇ ਉਸ ਤੋਂ ਬਾਅਦ PNP ਵਾਸਤੇ ਫਾਈਲ ਲਾਈ, ਉਹਨਾਂ ਦੇ ਵਿੱਚ 22 ਇਨਵੀਟੇਸ਼ਨ ਗਏ ਨੇ। ਸਾਲ 2021 ਦੇ ਵਿੱਚ ਮੈਨੀਟੋਬਾ ਦਾ ਇਮੀਗ੍ਰੇਸ਼ਨ ਵਿਭਾਗ ਹੁਣ ਤੱਕ 3564 ਵਿਅਕਤੀਆਂ ਨੂੰ ਇਨਵੀਟੇਸ਼ਨ PNP ਦੇ ਵਾਸਤੇ ਭੇਜ ਚੁੱਕਿਆ ਹੈ।
ਤੇ ਅਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਤਾਜ਼ਾ ਡਰਾਅ ਕੱਢਿਆ। ਉਸ ਡਰਾਅ ਦੇ ਵਿੱਚ ਕੀ ਰਿਹਾ ਘੱਟੋ ਘੱਟ ਸਕੋਰ ਤੇ ਕਿੰਨਿਆਂ ਨੂੰ ਗਏ ਨੇ ਇਨਵੀਟੇਸ਼ਨ, ਉਹ ਦੇਵਾਂਗੇ ਹੁਣ ਤੁਹਾਨੂੰ ਜਾਣਕਾਰੀ। ਅਲਬਰਟਾ ਸੂਬੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੂਨ 5 ਨੂੰ ਇੱਕ ਡਰਾਅ ਕੱਢਿਆ ਜਿਸ ਦੇ ਵਿੱਚ 191 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜੋ ਕਿ ਅਲਬਰਟਾ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਯਾਨੀ ਕਿ AINP ਦੇ ਵਾਸਤੇ ਨੇ। ਜੋ ਇਹ ਤਾਜ਼ਾ ਡਰਾਅ ਕੱਢਿਆ ਗਿਆ ਹੈ ਉਸ ਦੇ ਬਾਰੇ ਜੂਨ 8 ਨੂੰ ਅਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਕੈਂਡੀਡੇਟ ਅਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਦੇ ਵਾਸਤੇ ਯੋਗਤਾ ਰੱਖਦੇ ਸਨ ਉਹਨਾਂ ਦੇ ਵਾਸਤੇ ਇਹ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ ਸਕੋਰ 300 ਤੱਕ ਗਿਆ ਹੈ। ਇਸ ਤੋਂ ਪਹਿਲਾਂ ਮਈ 18 ਨੂੰ ਨਿਕਲੇ ਡਰਾਅ ਦੇ ਵਿੱਚ ਸਕੋਰ ਘੱਟੋ ਘੱਟ 301 ਤੱਕ ਗਿਆ ਸੀ। ਹੁਣ ਤੱਕ ਅਲਬਰਟਾ ਸੂਬੇ ਦੇ ਵੱਲੋਂ ਐਕਸਪ੍ਰੈਸ ਐਂਟਰੀ ਕੈਂਡੀਡੇਟ ਨੇ ਜੋ ਉਹਨਾਂ ਦੇ ਵਾਸਤੇ 2100 ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ ਇਸ ਸਾਲ ਦੇ ਵਿੱਚੋਂ। ਅਲਬਰਟਾ ਨੂੰ ਇਜਾਜ਼ਤ ਹੈ ਕਿ ਸਾਲ 2021 ਦੇ ਵਿੱਚ 6250 ਇਨਵੀਟੇਸ਼ਨ ਹੈ ਜੋ ਉਹ AINP ਦੇ ਤਹਿਤ ਭੇਜੇ ਜਾ ਸਕਦੇ ਨੇ, ਜਿਸ ਤੋਂ ਬਾਅਦ ਹੁਣ ਉਮੀਦ ਹੈ ਕਿ ਹੋਰ ਵੀ PNP ਡਰਾਅ ਅਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੱਢੇ ਜਾਣਗੇ। ਇਸ ਨਾਲ ਹੀ ਅਗਲੀ ਖਬਰ ਅਲਬਰਟਾ ਤੋਂ ਹੈ, ਜਿੱਥੇ ਕਿ ਫੋਰਟ ਮੈਕਮਰੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਜੈਂਡਰ ਰਿਵੀਲ ਪਾਰਟੀ ਕੀਤੀ ਜਾ ਰਹੀ ਸੀ। ਦਰਅਸਲ ਇਹ ਉਹ ਪਾਰਟੀ ਹੁੰਦੀ ਹੈ ਜਿੱਥੇ ਕਿ ਪਰਿਵਾਰ ਪੂਰਾ ਇਕੱਠਾ ਹੁੰਦਾ ਹੈ ਤੇ ਉਸ ਮੌਕੇ ਦੱਸਿਆ ਜਾਂਦਾ ਹੈ ਕਿ ਜਿਹੜਾ ਪਰਿਵਾਰ ਦੇ ਵਿੱਚ ਆਉਣ ਵਾਲਾ ਬੱਚਾ ਹੈ ਉਹ ਮੁੰਡਾ ਹੋਵੇਗਾ ਜਾਂ ਕੁੜੀ। ਤਾਂ ਇਸ ਮੌਕੇ ਨੀਲੇ ਤੇ ਗੁਲਾਬੀ ਰੰਗ ਦੇ ਨਾਲ ਦੱਸਿਆ ਜਾਂਦਾ ਹੈ। ਤਾਂ ਉਸ ਪਰਿਵਾਰ ਨੇ ਇਹ ਚੋਣ ਕੀਤੀ ਕਿ ਉਹਨਾਂ ਦੇ ਵੱਲੋਂ ਇੱਕ ਧਮਾਕਾ ਕੀਤਾ ਜਾਵੇਗਾ। ਇੱਕ ਛੋਟਾ ਵਿਸਫੋਟ ਕੀਤੇ ਜਾਣ ਤੋਂ ਬਾਅਦ ਜਦੋਂ ਉਸ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਆਖਿਰ ਉਹਨਾਂ ਦੇ ਘਰ ਮੁੰਡਾ ਆਉਣ ਵਾਲਾ ਹੈ ਜਾਂ ਕੁੜੀ, ਤੇ ਉਸ ਵਿਸਫੋਟ ਦੇ ਕਰਕੇ ਜੰਗਲ ਦੇ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਨੁਕਸਾਨ ਹੋਇਆ। 10 ਤੱਕ ਕ੍ਰਿਊ ਮੈਂਬਰ ਫਾਇਰ ਫਾਈਟਰਸ ਤੋਂ ਪਹੁੰਚੇ ਜਿਨ੍ਹਾਂ ਨੇ ਉਸ ਅੱਗ ਦੇ ਉੱਤੇ ਕਾਬੂ ਪਾਇਆ, ਜਿਨ੍ਹਾਂ ਦਾ ਕਹਿਣਾ ਕਿ ਕਾਫੀ ਵੱਡੇ ਖੇਤਰ ਨੂੰ ਉਸ ਅੱਗ ਨੇ ਘੇਰ ਲਿਆ ਸੀ, ਜਿਸ ਤੋਂ ਬਾਅਦ ਉਸ ਪਰਿਵਾਰ ਨੂੰ $600 ਤੱਕ ਦਾ ਫਾਈਨ ਵੀ ਹੋਇਆ। ਜਿਵੇਂ ਕਿ ਅਲਬਰਟਾ ਦੇ ਵਿੱਚ ਕਾਨੂੰਨ ਹੈ ਕਿ ਜੇਕਰ ਕਿਸੇ ਨੇ ਵੀ ਜਿਵੇਂ ਪਟਾਖੇ ਚਲਾਉਣੇ ਨੇ ਜਾਂ ਫਿਰ ਕੋਈ ਛੋਟਾ ਵੀ ਵਿਸਫੋਟ ਕਰਨਾ ਹੈ ਤਾਂ ਉਸ ਮੌਕੇ ਲਿਖਤੀ ਰੂਪ ਦੇ ਵਿੱਚ ਇਜਾਜ਼ਤ ਲੈਣੀ ਪੈਂਦੀ ਹੈ ਪਹਿਲਾਂ। ਤਾਂ ਇਸ ਨੂੰ ਲੈ ਕੇ ਫਾਇਰ ਫਾਈਟਰਸ ਤੋਂ ਅਧਿਕਾਰੀ ਨੇ ਇਹ ਵੀ ਕਿਹਾ ਕਿ ਜਦੋਂ ਫਾਇਰ ਫਾਈਟਰਸ ਦੇ ਵੱਲੋਂ ਉੱਥੇ ਆ ਕੇ ਅੱਗ ਨੂੰ ਬੁਝਾਇਆ ਗਿਆ ਤਾਂ ਉਹ ਸਾਰਾ ਖਰਚਾ ਵੀ ਉਸ ਪਰਿਵਾਰ ਦੇ ਉੱਤੇ ਪਾਇਆ ਜਾ ਸਕਦਾ ਹੈ। ਤਾਂ ਉਹਨਾਂ ਨੇ ਹੋਰ ਅਲਬਰਟਾ ਵਾਸੀਆਂ ਨੂੰ ਇਸ ਮੌਕੇ ਚੇਤਾਵਨੀ ਦਿੱਤੀ ਕਿ ਖੁਸ਼ੀਆਂ ਸਾਂਝੀਆਂ ਕਰਨ ਦੇ ਵਾਸਤੇ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਜਿਸ ਦੇ ਨਾਲ ਹੋਰਾਂ ਦਾ ਨੁਕਸਾਨ ਹੋ ਜਾਵੇ। ਇਸ ਨਾਲ ਹੀ ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।